ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹਿਲਾ ਪੰਜਵਾ। ਗੁਰਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੇ ਮਹਿ ਦੀਨੋ। ਜਨਮ ਜਨਮ ਕੀ ਮੈਲ ਗਈ, ਗੁਰਪੂਰੈ ਮੇਰੀ ਰਾਖ ਲਈ। ਅੰਮ੍ਰਿਤ ਨਾਮ ਹਿਰਦੇ ਮਹਿ ਦੀਨੋ। ਜਨਮ ਜਨਮ ਕੀ ਮੈਲ ਗਈ। ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ, ਗੁਰਪੂਰੇ ਕਾ ਜਪਿਆ ਜਾਪ। ਕਹਾਂ ਕਰੈ ਕੋਈ ਬੇਚਾਰਾ, ਪ੍ਰਭ ਮੇਰੇ ਕਾ ਬੜ ਪ੍ਰਤਾਪ। ਸਿਮਰ 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 ਸੁਖ ਪਾਇਆ, ਚਰਨ ਕਮਲ ਰਖ ਮਨ ਮਾਹੀ। ਤਾਕੀ ਸ਼ਰਨ ਪਰਿਓ ਨਾਨਕ ਦਾਸ, ਜਾਤੀ ਉਪਰ ਕੋ ਨਾਹੀ। ਸਿਮਰ 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 ਸੁਖ ਪਾਇਆ, ਚਰਨ ਕਮਲ ਰਖ ਮਨ ਮਾਹੀ। ਤਾਕੀ ਸ਼ਰਨ ਪਰਿਓ ਨਾਨਕ ਦਾਸ, ਜਾਤੀ ਉਪਰ ਕੋ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੇ ਗੁਰੂ ਸਵਾਰੇ ਗੁਰੂ ਪਿਆਰੇ ਸਤ ਸੰਗੀ ਜਨੋਂ ਵਡਭਾਗੇ ਹੋ। ਮਾਲਕ ਦੀ ਚਰਨ ਸ਼ਰਨ ਦੇ ਵਿੱਚ ਬੈਠ ਕੇ ਸਤਿਗੁਰੂ ਜੀ ਪਾਸੋਂ ਰਹਿਮਤਾਂ ਲੈਣ ਵਾਸਤੇ ਹਰ ਇੱਕ ਨੇ ਆਪੋ ਆਪਣੀ ਇੱਛਾ ਸਤਿਗੁਰੂ ਜੀ ਦੇ ਸਨਮੁਖ ਰੱਖੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਹੈ, ਖਿਨ ਮੈਂ ਥਾਪ ਨਿਵਾਜੇ ਠਾਕੁਰ, ਨੀਚ ਕੀਟ ਤੇ ਕਰੇ ਰਾਜੰਗਾ। ਇੱਕ ਖਿਨ ਵਿੱਚ ਮੇਰਾ ਮਾਲਕ ਕੀੜਿਆਂ ਤੋਂ ਬਾਦਸ਼ਾਹ ਬਣਾ ਦਿੰਦਾ ਹੈ, ਤੇ ਐਸੇ ਦੀਨ ਦਿਆਲ ਪਾਤਸ਼ਾਹ ਦੇ ਕੋਲ ਆ ਕੇ ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਏਦਾਂ ਬੇਨਤੀ ਕਰਿਆ ਕਰੋ, ਕਬਹੂ ਨਾ ਵਿਸਰੈ ਹੀਏ ਮੋਰੇ ਤੇ। ਮੇਰੇ ਹਿਰਦੇ ਵਿੱਚੋਂ ਰੱਬ ਜੀ ਗੁਰੂ ਸਾਹਿਬ ਜੀਓ ਤੁਸੀਂ ਕਦੀ ਨਾ ਭੁੱਲਿਓ, ਭਾਵ ਮੈਂ ਕਦੀ ਨਾ ਵਿਸਾਰਾਂ ਤੁਹਾਨੂੰ। ਕਬਹੂ ਨਾ ਵਿਸਰੈ ਹੀਏ ਮੋਰੇ ਤੇ, ਨਾਨਕ ਦਾਸ ਇਹੀ ਦਾਨ ਮੰਗਾ। ਮਾਲਕ ਜੀ ਕਹਿੰਦੇ ਉਹੀ ਦਾਨ ਮੈਂ ਤੁਹਾਡੇ ਚਰਨਾਂ ਵਿੱਚੋਂ ਮੰਗਦਾ ਹਾਂ ਕਿ ਆਪ ਕਦੀ ਵੀ ਹਿਰਦੇ ਵਿੱਚੋਂ ਭੁੱਲੋ ਨਾ, ਨਾ ਤੂੰ ਵਿਸਾਰੀ ਤੇ ਨਾ ਅਸੀਂ ਵਿਸਾਰੀਏ ਤੈਨੂੰ।
ਅੱਜ ਦਾ ਪਾਵਨ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਕੀਤਾ ਹੋਇਆ ਬਿਲਾਵਲ ਰਾਗ ਦੇ ਅੰਦਰ ਪਾਵਨ ਅੰਗ 823 ਅਤੇ 24 ਤੇ ਸਬਾਇਮਾਨ ਹੈ। ਦੋ ਪਦਿਆਂ ਦਾ ਇਹ ਬਚਨ ਜਿਸ ਵਿੱਚ ਮਾਲਕ ਨੇ ਗੁਰੂ ਪੂਰੇ ਦੀ ਵਡਿਆਈ ਕਰਦਿਆਂ ਸਾਨੂੰ ਜਿਹੜਾ ਹੈ ਮਾਲਕ ਦੇ ਕੀਤੇ ਗਏ ਪਰਉਪਕਾਰ ਬਖਸ਼ਿਸ਼ਾਂ ਤਿਨਾਂ ਦਾ ਜ਼ਿਕਰ ਕਰਦਿਆਂ ਸਮਝਾਇਆ ਹੈ। ਆਓ ਪਾਵਨ ਮੁਖ ਵਾਕ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਅਦਬ ਸਹਿਤਾ ਖੋਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਕੁਝ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਜਿਸ ਵਿੱਚ ਭਾਈ ਮੁਕੰਦਾ, ਭਾਈ ਕੇਦਾਰਾ, ਭਾਈ ਕਲਿਆਣਾ ਤੇ ਭਾਈ ਝਾੜੂ, ਇਹ ਚਾਰ ਗੁਰੂ ਕੇ ਪਿਆਰੇ ਆ ਕੇ ਬੇਨਤੀ ਕਰਦੇ ਨੇ, ਮਾਲਕ ਜੀ ਕਿਰਪਾ ਕਰੋ, ਅਸੀਂ ਕੀਰਤਨ ਕਰਦੇ ਹਾਂ। ਤੇ ਕੀਰਤਨ ਕਰਦਿਆਂ ਕਰਦਿਆਂ ਜਿਹੜਾ ਹੈ ਕਿਤੇ ਨਾ ਕਿਤੇ ਧਿਆਨ ਜਦੋਂ ਖਿੰਡਦਾ ਹੈ ਤੇ ਰਸ ਨਹੀਂ ਆਉਂਦਾ। ਇਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਜਿੰਨਾ ਚਿਰ ਕੀਰਤਨ ਕਰਨ ਵਾਲੇ ਨੂੰ ਖੁਦ ਨੂੰ ਰਸ ਨਹੀਂ ਆਏਗਾ, ਸੁਣਨ ਵਾਲੇ ਨੂੰ ਰਸ ਨਹੀਂ ਆ ਸਕਦਾ। ਧਿਆਨ ਜਦੋਂ ਇੱਧਰ ਉੱਧਰ ਹੋਏਗਾ ਤੇ ਮਤਾ ਕਿਤੇ ਬਾਣੀ ਪੜ੍ਹਨ ਵਾਲਾ ਜਾਂ ਬਾਣੀ ਸੁਣਾਉਣ ਵਾਲਾ ਇਹ ਗੱਲ ਸਮਝੇ ਕਿ ਅਗਲੇ ਦੇ ਹਿਰਦੇ ਵਿੱਚ ਉਸ ਗੱਲ ਦਾ ਅਸਰ ਹੋ ਜਾਏਗਾ ਜਿਹੜੀ ਗੱਲ ਕਹੀ ਜਾ ਰਹੀ ਹੈ ਕੀਰਤਨ ਰਾਹੀਂ ਜਾਂ ਕਥਾ ਰਾਹੀਂ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਇੱਕ ਗੱਲ ਚੇਤੇ ਰੱਖਿਓ, ਪ੍ਰੇਮ ਜੋ ਹੈ ਨਾ ਇਹ ਕੀਰਤਨ ਦਾ ਪਿਤਾ ਹੈ। ਜਿੰਨਾ ਚਿਰ ਹਿਰਦੇ ਵਿੱਚ ਪ੍ਰੇਮ ਨਹੀਂ ਹੋਏਗਾ ਨਾ ਤੁਹਾਡੇ, ਰਸ ਨਹੀਂ ਬਣ ਸਕਦਾ। ਜਿਸ ਪ੍ਰਤੀ ਅਸੀਂ ਇੱਥੇ ਬੈਠੇ ਹਾਂ ਗੁਰੂ ਪਰਮਾਤਮਾ ਦੀ ਖੁਸ਼ੀ ਲੈਣ ਦੇ ਲਈ, ਜੇ ਉਸੇ ਪ੍ਰਤੀ ਸਾਡੇ ਅੰਦਰ ਪ੍ਰੇਮ ਨਾ ਹੋਵੇ ਫਿਰ ਅਸਰ ਥੋੜੀ ਕੋਈ ਚੀਜ਼ ਕਰੇਗਾ। ਉੱਥੇ ਇੱਕ ਹੋਰ ਸਵਾਲ ਉਹਨਾਂ ਨੇ ਕੀਤਾ ਬੜਾ ਪਿਆਰਾ, ਕਹਿਣ ਲੱਗੇ ਸਤਿਗੁਰੂ ਜੀ ਸਾਡੇ ਮਨ ਦੇ ਵਿੱਚ ਇੱਕ ਸ਼ੰਕਾ ਹੈ, ਉਹਦੀ ਨਿਵਰਤੀ ਕਰੋ। ਪਾਠ ਕੀਰਤਨ ਤੇ ਕਥਾ ਵਿੱਚ ਕੀ ਫਰਕ ਹੈ? ਪੜ੍ਹੀ ਤੇ ਬਾਣੀ ਜਾਂਦੀ, ਪਾਠ ਕਰੋ ਤਾਂ ਵੀ ਬਾਣੀ ਪੜ੍ਹੀ ਜਾਂਦੀ, ਕੀਰਤਨ ਕਰੋ ਤਾਂ ਵੀ ਬਾਣੀ ਪੜ੍ਹੀ ਜਾਂਦੀ, ਕਥਾ ਕਰੋ ਤਾਂ ਵੀ ਅਸਲ ਦੇ ਵਿੱਚ ਬਾਣੀ ਦਾ ਹੀ ਪ੍ਰਵਾਹ ਚੱਲਦਾ ਉਹਦੇ ਵਿੱਚ। ਫਿਰ ਇਹਨਾਂ ਵਿੱਚ ਫਰਕ ਕੀ ਹੈ? ਕੀ ਫਰਕ ਹੈ? ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਧਿਆਨ ਨਾਲ ਸੁਣੋ, ਪਾਠ ਜੋ ਹੈ ਨਾ ਜਿਵੇਂ ਸਾਡੀ ਪੈਲੀ ਵਿੱਚ ਇੱਕ ਖੂਹ ਲੱਗਾ ਹੋਵੇ ਨਾ, ਜੇ ਖੂਹ ਦਾ ਪਾਣੀ ਕੁਝ ਦਾਇਰੇ ਤੱਕ ਹੁੰਦਾ ਹੈ, ਸਾਡੇ ਖੇਤ ਨੂੰ ਪਾਣੀ ਦੇ ਸਕਦਾ, ਦੂਰ ਤੱਕ ਨਹੀਂ ਜਾ ਸਕਦਾ, ਇਹ ਸਾਨੂੰ ਪਤਾ ਹੈ। ਦੂਜੀ ਗੱਲ, ਖੂਹ ਦਾ ਪਾਣੀ ਜਿਹੜਾ ਹੈ ਨਾ ਉਹ ਉਚਾਈ ਤੇ ਵੀ ਨਹੀਂ ਜਾਂਦਾ, ਉੱਚੀ ਜਗ੍ਹਾ ਤੇ ਨਹੀਂ ਜਾਏਗਾ। ਪਾਠ ਕਰਨਾ ਇਸ ਪ੍ਰਕਾਰ ਹੈ ਕਿ ਜਿਵੇਂ ਖੂਹ ਦੇ ਨਾਲ ਆਪਣੀ ਖੇਤੀ ਨੂੰ ਸਿੰਚਣਾ, ਪਾਣੀ ਦੇਣਾ। ਪਾਉ ਤੁਹਾਡੇ ਤੱਕ ਸੀਮਤ ਹੈ,
ਦੂਜੇ ਦਾ ਕੁਝ ਨਹੀਂ ਸਵਾਰ ਸਕਦਾ, ਆਪਣੇ ਆਪ ਦੇ ਲਈ। ਇਹ ਨਹੀਂ ਕਿ ਪਾਠ ਨਹੀਂ ਕਰਨਾ, ਮਾਲਕ ਇੱਕ ਸਮਝਾ ਰਹੇ ਨੇ। ਜਿਵੇਂ ਆਮ ਤੌਰ ਤੇ ਅਸਲ ਦੇ ਵਿੱਚ ਇਹ ਮਨ ਦੇ ਵਿੱਚ ਵਿਚਾਰਾਂ ਹੁੰਦੀਆਂ ਨੇ, ਚਲੋ ਪਾਠ ਕਰਵਾ ਲਓ, ਉਹਦਾ ਭਾਵ ਸਾਨੂੰ ਮਿਲ ਜਾਏਗਾ। ਮਾਲਕ ਨੇ ਤੇ ਕਿਤੇ ਵੀ ਨਹੀਂ ਲਿਖਿਆ। ਤੇ ਜੇ ਆਪਾਂ ਇਹ ਕਹੀਏ ਸਾਨੂੰ ਆਉਂਦਾ ਨਹੀਂ ਹੈ, ਸਤਿਗੁਰੂ ਜੀ ਨੇ ਇੱਥੋਂ ਤੱਕ ਜ਼ਰੂਰ ਇਹ ਗੱਲ ਕਹੀ ਹੈ, ਆਉਂਦਾ ਨਹੀਂ ਫਿਰ ਧਿਆਨ ਨਾਲ ਸੁਣ ਲੈ। ਸੁਣਨਾ ਆਉਣਾ ਚਾਹੀਦਾ, ਫਿਰ ਮੰਨਣਾ ਆਉਣਾ ਚਾਹੀਦਾ, ਫਿਰ ਉਹਨੂੰ ਅਮਲੀ ਜੀਵਨ ਵਿੱਚ ਲਿਆਉਣਾ। ਬੜੇ ਤਰੀਕੇ ਨੇ। ਦੂਜੇ ਪਾਸੇ ਜੋ ਕੀਰਤਨ ਹੈ ਉਹ ਹੈ ਇੱਕ ਵਰਖਾ ਦੀ ਤਰ੍ਹਾਂ, ਬਰਸਾਤ ਦੀ ਤਰ੍ਹਾਂ। ਤੇ ਆਪ ਨੂੰ ਪਤਾ ਹੈ ਬਰਸਾਤ ਉੱਚੀ ਜਗ੍ਹਾ ਤੇ ਵੀ ਹੁੰਦੀ ਹੈ ਤੇ ਨੀਵੀਆਂ ਜਗ੍ਹਾ ਤੇ ਵੀ ਹੁੰਦੀ ਹੈ, ਹਰ ਪਾਸੇ ਹੁੰਦੀ ਹੈ। ਤੇ ਜਿੰਨਾ ਚਿਰ ਕੀਰਤਨ ਹੋ ਰਿਹਾ ਹੈ ਅੰਦਰ ਪ੍ਰਭਾਵ ਪੈ ਰਿਹਾ ਹੈ, ਅੰਦਰ ਜਿਹੜਾ ਹੈ ਉਸ ਚੀਜ਼ ਦਾ ਪ੍ਰਭਾਵ ਪੈ ਰਿਹਾ ਹੈ। ਮਨੁੱਖ ਉਸ ਪ੍ਰਭਾਵ ਨੂੰ ਕਬੂਲ ਰਿਹਾ ਹੈ ਕਿ ਹਾਂ ਕੁਝ ਕਿਹਾ ਜਾ ਰਿਹਾ ਹੈ, ਮੇਰੇ ਕੰਨਾਂ ਰਾਹੀਂ ਉਹ ਅੰਦਰ ਜਾ ਰਿਹਾ ਹੈ। ਤੇ ਜੇ ਬਾਣੀ ਦੀ ਸਮਝ ਹੈ ਤੇ ਕੀਰਤਨ ਰਾਹੀਂ ਉਸ ਨੂੰ ਆਪਣੇ ਹਿਰਦੇ ਵਿੱਚ ਵੀ ਲੈ ਕੇ ਜਾ ਰਿਹਾ ਹੈ। ਇੱਕ ਵਰਖਾ ਦੀ ਤਰ੍ਹਾਂ ਹੈ। ਖੂਬ ਕੁਝ ਦਾਇਰੇ ਤੱਕ ਹੈ, ਬਰਸਾਤ ਹਰ ਪਾਸੇ, ਉੱਚੀ ਜਗ੍ਹਾ ਤੇ ਵੀ ਨੀਵੀਂ ਜਗ੍ਹਾ ਤੇ ਵੀ, ਹਰ ਪਾਸੇ ਆਕਾਸ਼ ਤੋਂ ਬੂੰਦਾਂ ਜਿਹੜੀਆਂ ਨੇ ਧਰਤੀ ਤੇ ਡਿੱਗਦੀਆਂ ਨੇ ਤੇ ਉਹਦਾ ਅਸਰ ਹੁੰਦਾ ਹੈ। ਹਰਿਆਵਲ ਵੀ ਹੁੰਦੀ ਹੈ, ਹਰ ਪਾਸੇ ਹਰਿਆ ਭਰਿਆ ਮੌਸਮ ਵੀ ਹੁੰਦਾ ਹੈ, ਠੰਡਾ ਠਾਰ ਵੀ ਹੁੰਦਾ ਹੈ। ਪਰ ਇਹ ਤਦ ਤੱਕ ਹੈ ਜਦ ਤੱਕ ਅਸਲ ਦੇ ਵਿੱਚ ਉਹ ਬਰਸਾਤ ਹੋ ਰਹੀ ਹੈ, ਉਸ ਪ੍ਰਭਾਵ ਹੇਠ ਆਪ ਬੈਠੇ ਹੋ। ਤੇ ਜੇ ਉਸ ਪ੍ਰਭਾਵ ਨੂੰ ਅਸੀਂ ਕਬੂਲ ਲਿਆ ਆਪਣੇ ਮਨ ਦੇ ਵਿੱਚ, ਫਿਰ ਉਹ ਸੁਣਿਆ ਹੋਇਆ ਸਾਡਾ ਕਬੂਲ ਹੈ। ਤੇ ਮਾਲਕ ਜੀ ਕਹਿੰਦੇ ਕਥਾ ਜਿਹੜੀ ਹੈ ਨਾ, ਕਥਾ ਇੱਕ ਉਸ ਕਹਿ ਲਓ ਕਿ ਸੰਘਣੇ ਬੱਦਲ ਦੀ ਤਰ੍ਹਾਂ ਹੈ। ਜਿਵੇਂ ਆਕਾਸ਼ ਦੇ ਵਿੱਚ ਇੱਕ ਬੱਦਲ ਐਸਾ ਹੁੰਦਾ ਹੈ, ਆਇਆ ਚਲਾ ਗਿਆ। ਤੇ ਜਦੋਂ ਝੜੀਆਂ ਲੱਗਦੀਆਂ ਨੇ ਨਾ, ਆਪ ਸਿਆਣੇ ਹੋ, ਉਦੋਂ ਬੱਦਲ ਨਾ ਰਚਿਆ ਮਿਚਿਆ ਹੁੰਦਾ ਆਕਾਸ਼ ਦੇ ਵਿੱਚ, ਕਾਲਾ ਸ਼ਾਹ ਹਰ ਪਾਸੇ ਕਹਿ ਲਓ ਕਿ ਸਾਨੂੰ ਬੱਦਲ ਹੀ ਬੱਦਲ ਦਿਖਦਾ ਕਿ ਹੈਗਾ ਕੁਛ। ਤੇ ਉਹ ਬੱਦਲ ਜਦੋਂ ਵਰਖਾ ਕਰਦਾ ਹੈ ਨਾ, ਵਰਖਾ ਉਹਦੀ ਤੇਜ਼ ਨਹੀਂ ਹੁੰਦੀ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਰਬੀ ਬਾਣੀ ਨੇ ਵੀ ਜ਼ਿਕਰ ਕੀਤਾ ਹੈ। ਕਹਿ ਲਓ ਕਿ ਝੜੀ ਲੱਗਦੀ ਹੈ ਤੇ ਝੜੀ ਦੇ ਵਿੱਚ ਲਗਾਤਾਰ ਬਰਸਾਤ ਹੁੰਦੀ ਹੈ, ਤੇ ਉਹ ਲਗਾਤਾਰ ਬਰਸਾਤ ਜਿਹੜੀ ਹੈ ਤੇਜ਼ ਵੀ ਨਹੀਂ ਹੋਏਗੀ, ਨਾ ਜ਼ਿਆਦਾ ਹੌਲੀ ਹੋਏਗੀ, ਬੜੀ ਨਾਰਮਲ ਤਰੀਕੇ ਦੇ ਨਾਲ ਉਹ ਲਗਾਤਾਰ ਆਕਾਸ਼ ਤੋਂ ਬੂੰਦਾਂ ਡਿੱਗਦੀਆਂ ਨੇ। ਤੇ ਗੁਰੂ ਮਹਾਰਾਜ ਜੀ ਕਹਿਣ ਲੱਗੇ ਜੇਕਰ ਅਸੀਂ ਕੀਰਤਨ ਦੇ ਰਾਹੀਂ ਆਪਣੀ ਇਸ ਸਰੀਰ ਰੂਪ ਧਰਤੀ ਨੂੰ ਸਵਾਰ ਲਿਆ, ਬਣਾ ਲਿਆ, ਚੰਗੀ ਤਰ੍ਹਾਂ ਕਿਆਰੇ ਇਹਦੇ ਬਣਾ ਲਏ, ਉਸ ਤੋਂ ਬਾਅਦ ਜਦੋਂ ਕਥਾ ਰੂਪੀ ਇਹ ਸੰਘਣਾ ਬੱਦਲ ਬਣ ਕੇ ਵਰਖਾ ਜਦੋਂ ਝੜੀ ਦੀ ਲੱਗੀ ਹੈ, ਨਾਮ ਰੂਪ ਵਰਖਾ ਜਦੋਂ ਹੋਈ ਹੈ ਲਗਾਤਾਰ, ਉਦੋਂ ਫਿਰ ਇੱਕ ਇੱਕ ਬੂੰਦ ਜਿਹੜਾ ਹੈ ਉਹ ਧਰਤੀ ਵਿੱਚ ਜਾ ਕੇ ਸਮਾਉਂਦੀ ਹੈ, ਧਰਤੀ ਵਿੱਚ ਸਮਾਏਗੀ। ਤੇ ਉਸ ਤੋਂ ਬਾਅਦ ਫਿਰ ਜੀਵਨ ਦੇ ਵਿੱਚ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਮਾਲਕ ਜੀ ਕਹਿਣ ਲੱਗੇ ਕਥਾ ਤੇ ਕੀਰਤਨ ਇਹ ਦੋਵੇਂ ਸਾਡੀ ਜ਼ਿੰਦਗੀ ਵਾਸਤੇ ਜ਼ਰੂਰੀ ਨੇ। ਭਾਈ ਮੁਕੰਦਾ ਪੁੱਛਦਾ ਸਤਿਗੁਰੂ ਜੀ ਉਹ ਕਿਵੇਂ? ਤੇ ਮਾਲਕ ਕਹਿਣ ਲੱਗੇ ਮਾਂ ਪਿਓ ਹੋਵੇ ਨਾ ਸਿਰ ਤੇ ਬੱਚੇ ਦੇ, ਤੇ ਬੱਚੇ ਦੀ ਚੰਗੀ ਪਰਵਰਿਸ਼ ਹੁੰਦੀ ਹੈ। ਮਾਂ ਪਿਓ ਦੀ ਨਿਗਰਾਨੀ ਹੇਠ ਬੱਚਾ ਜਿਹੜਾ ਪਲਦਾ ਹੈ, ਤੇ ਕੱਲੀ ਮਾਂ ਹੋਵੇ ਜਾਂ ਕੱਲਾ ਪਿਤਾ ਹੋਵੇ, ਉਹਦੇ ਵਾਸਤੇ ਥੋੜਾ ਕਹਿ ਲਓ ਕਿ ਇੱਕ ਸਾਂਭਣ ਵਾਸਤੇ ਵੀ ਤਕਲੀਫ ਹੁੰਦੀ ਹੈ, ਕਸ਼ਟ ਹੁੰਦਾ ਹੈ। ਉਹ ਕਿਸ ਪ੍ਰਕਾਰ ਆਪਣੇ ਬੱਚੇ ਨੂੰ ਇੱਕ ਜਣਾ ਪਾਲਦਾ ਹੈ, ਇਹ ਨਹੀਂ ਕਿ ਪਲਦਾ ਨਹੀਂ ਹੈ, ਪਲ ਜਾਂਦਾ ਹੈ,
ਪਰ ਜਿਹੜਾ ਮਾਂ ਪਿਓ ਦੀ ਨਿਗਰਾਨੀ ਹੇਠ ਬੱਚਾ ਪਲਦਾ ਹੈ, ਉਹਦੀ ਪਰਵਰਿਸ਼ ਬੜੀ ਚੰਗੀ ਹੁੰਦੀ ਹੈ। ਇਸੇ ਪ੍ਰਕਾਰ ਆਤਮਾ ਦੀ ਪਰਵਰਿਸ਼ ਸਾਨੂੰ ਕਰਨ ਵਾਸਤੇ, ਚੰਗੀ ਪਰਵਰਿਸ਼ ਕਰਨ ਵਾਸਤੇ ਕੇਵਲ ਤਾਂ ਕੇਵਲ ਅਸਲ ਦੇ ਵਿੱਚ ਇੱਕ ਚੀਜ਼ ਨਹੀਂ, ਸਾਡੇ ਵਾਸਤੇ ਦੋਵੇਂ ਪਾਠ ਤੇ ਅਸੀਂ ਕਰਦੇ ਹਾਂ, ਨਾਲ ਕਥਾ, ਦੂਸਰਾ ਕੀਰਤਨ। ਇਹ ਕਹਿ ਲਓ ਕਿ ਇੱਕ ਮਾਂ ਪਿਓ ਦੀ ਤਰ੍ਹਾਂ ਨੇ ਜੋ ਸਾਡੀ ਆਤਮਾ ਦੀ ਪਰਵਰਿਸ਼ ਚੰਗੀ ਤਰ੍ਹਾਂ ਕਰ ਪਾਉਣਗੇ, ਸਾਡੇ ਜੀਵਨ ਨੂੰ ਪ੍ਰਫੁੱਲਤ ਕਰਨਗੇ, ਸਾਡੀ ਆਤਮਾ ਦਾ ਵਿਕਾਸ ਹੋਏਗਾ। ਤੇ ਜਦੋਂ ਐਸੀ ਅਵਸਥਾ ਬਣੇਗੀ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਫਿਰ ਅਸੀਂ ਖੁਦ ਆ ਕੇ ਇਹ ਗੱਲ ਕਵਾਂਗੇ ਕਿ ਗੁਰ ਪੂਰੇ ਮੇਰੀ ਰਾਖ ਲਈ। ਮਾਲਕ ਜੀ, ਤੁਹਾਡੀ ਬਾਣੀ ਨੂੰ ਸਰਵਣ ਕੀਤਾ ਹੈ, ਤੁਸੀਂ ਤੇ ਮੇਰੀ ਇੱਜ਼ਤ ਰੱਖ ਲਈ ਹੈ। ਮੈਂ ਵਿਕਾਰਾਂ ਵਿੱਚ ਡਿੱਗਿਆ ਹੋਇਆ ਸੀ, ਮੈਨੂੰ ਤੁਸੀਂ ਸੁਧਾਰ ਦਿੱਤਾ, ਚੰਗੇ ਰਸਤੇ ਪਾ ਦਿੱਤਾ। ਕਿਉਂਕਿ ਮਾਲਕ ਦਾ ਸੁਭਾਅ ਹੈ, ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਭੁੱਲਿਆਂ ਨੂੰ ਸਿੱਧੇ ਰਸਤੇ ਤੇ ਪਾ ਦਿੱਤਾ। ਅਸੀਂ ਤੇ ਵੱਡੇ ਭਾਗਾਂ ਵਾਲੇ ਹਾਂ, ਮਾਲਕ ਨੇ ਆਪਣੀ ਗੋਦ ਵਿੱਚ ਬਿਠਾ ਲਿਆ ਸੀ। ਅਸੀਂ ਫਿਰ ਇਹ ਗੱਲ ਕਵਾਂਗੇ ਆ ਕੇ ਖੁਦ, ਮਾਲਕ ਜੀ ਤੁਸੀਂ ਸਾਡੀ ਪੱਤ ਰੱਖੀ। ਕਿਵੇਂ? ਅੰਮ੍ਰਿਤ ਨਾਮ ਹਿਰਦੇ ਮਹਿਦੀਨੋ, ਵਾਹਿਗੁਰੂ ਦਾ ਨਾਮ ਰੂਪੀ ਅੰਮ੍ਰਿਤ ਜਿਹੜਾ ਹੈ ਉਹ ਹਿਰਦੇ ਵਿੱਚ ਤੁਸੀਂ ਜਿਹੜਾ ਹੈ ਨਾ ਦੇ ਦਿੱਤਾ, ਸਾਡੇ ਪ੍ਰਕਾਸ਼ ਕਰ ਦਿੱਤਾ, ਪ੍ਰਗਟ ਹੋ ਗਿਆ। ਜਨਮ ਜਨਮ ਕੀ ਮੈਲ ਗਈ, ਜਨਮਾਂ ਜਨਮਾਂਤਰਾਂ ਦੀ ਜਿਹੜੀ ਮੈਲ ਸੀ ਨਾ ਲੱਗੀ ਹੋਈ, ਸਾਰੀ ਕੱਟੀ ਗਈ, ਦੂਰ ਹੋ ਗਈ, ਖਤਮ ਹੋ ਗਈ, ਜੀਵਨ ਪਵਿੱਤਰ ਹੋ ਗਿਆ। ਕਿਉਂਕਿ ਲਗਾਤਾਰ ਹੁਣ ਇਹ ਵਰਖਾ ਵਹਿ ਰਹੀ ਹੈ, ਲਗਾਤਾਰ ਜ਼ਿੰਦਗੀ ਵਿੱਚ ਸ਼ਬਦ ਜਿਹੜਾ ਹੈ ਉਹ ਅਸਰ ਕਰ ਰਿਹਾ ਹੈ, ਜਿਸ ਕਰਕੇ ਜਿਹੜਾ ਹੈ ਹੁਣ ਮੈਲ ਹੌਲੀ ਹੌਲੀ ਜ਼ਿੰਦਗੀ ਵਿੱਚੋਂ ਜਾ ਰਹੀ ਹੈ। ਰਹਾਉ ਨਿਵਰੇ ਦੂਤ ਦੁਸ਼ਟ ਬਹਿਰਾਈ, ਗੁਰ ਪੂਰੇ ਕਾ ਜਪਿਆ ਜਾਪ। ਗੁਰੂ ਪੂਰੇ ਦੀ ਆਰਾਧਨਾ ਕੀਤੀ, ਗੁਰੂ ਕੀ ਸੰਗਤ ਕੀਤੀ, ਨਾਮ ਨੂੰ ਜਪਿਆ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਜਿਹੜੇ ਅੰਦਰ ਦੁਸ਼ਟ ਬੈਠੇ ਸਨ ਨਾ, ਉਹ ਹੁਣ ਜਿਹੜਾ ਹੈ ਦੂਰ ਹੋ ਗਏ। ਨਿਵਰੇ ਦੂਤ ਦੁਸ਼ਟ ਬਹਿਰਾਈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਿਆ, ਚੁਗਲੀ ਆਦਿ ਇਹ ਚੀਜ਼ਾਂ ਜਿਹੜੀਆਂ ਨੇ ਨਾ ਫਿਰ ਪਾਸਾ ਕਰ ਗਈਆਂ, ਜ਼ਿੰਦਗੀ ਵਿੱਚੋਂ ਚਲੇ ਗਈਆਂ। ਕਦੋਂ? ਜਦੋਂ ਗੁਰੂ ਪੂਰੇ ਦੀ ਰਹਿਮਤ ਹੋ ਗਈ। ਕਹਾ ਕਰੇ ਕੋਈ ਬੇਚਾਰਾ, ਪ੍ਰਭ ਮੇਰੇ ਕਾ ਵੱਡ ਪ੍ਰਤਾਪ। ਮੇਰੇ ਮਾਲਕ ਦਾ ਬਹੁਤ ਵੱਡਾ ਪ੍ਰਤਾਪ ਹੈ, ਕੋਈ ਬਰਾਬਰੀ ਨਹੀਂ ਕਰ ਸਕਦਾ। ਤੇ ਕੋਈ ਆਮ ਇਨਸਾਨ ਜਿਹੜਾ ਹੈ ਕੀ ਕਰ ਸਕਦਾ ਹੈ? ਕਹਾ ਕਰੇ ਕੀ ਕਰ ਸਕਦਾ ਹੈ? ਕੋਈ ਵਿਚਾਰਾ, ਪ੍ਰਭ ਮੇਰੇ ਕਾ ਵੱਡ ਪ੍ਰਤਾਪ। ਇਹ ਤੇ ਗੁਰੂ ਪਰਮਾਤਮਾ ਦੀ ਨਜ਼ਰੇ ਰਹਿਮਤ ਹੋਈ ਹੈ ਕਿ ਜੀਵਨ ਦੇ ਵਿੱਚ ਤਬਦੀਲੀ ਆ ਗਈ। ਸਿਮਰ 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 ਸੁਖ ਪਾਇਆ, ਚਰਨ ਕਮਲ ਰਖ ਮਨ ਮਾਹੀ। ਮਾਲਕ ਜੀ ਕਹਿਣ ਲੱਗੇ, ਮੈਂ ਸਿਮਰ ਸਿਮਰ ਕੇ ਯਾਦ ਕਰ ਕਰਕੇ ਉਸ ਪਰਮਾਤਮਾ ਦੀ ਆਰਾਧਨਾ ਕਰਕੇ ਆਤਮਕ ਸੁੱਖ ਦੀ ਪ੍ਰਾਪਤੀ ਕਰ ਲਈ ਹੈ। ਤੇ ਗੁਰੂ ਪਰਮਾਤਮਾ ਦੇ ਸੋਹਣੇ ਚਰਨਾਂ ਨੂੰ ਮੈਂ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ। ਤਾ ਕੀ ਸ਼ਰਨ ਪਰਿਓ ਨਾਨਕ ਦਾਸ। ਪੰਜਵਾਂ ਨਾਨਕ ਭਾਵ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਮੈਂ ਉਸ ਅਕਾਲ ਪੁਰਖ ਪਰਮਾਤਮਾ ਦੀ ਚਰਨ ਸ਼ਰਨ ਦੇ ਵਿੱਚ ਪਿਆ। ਜਾਤੇ ਉਪਰ ਕੋ ਨਾਹੀ, ਜਿੱਤੋਂ ਉੱਪਰ ਕੋਈ ਹੈ ਨਹੀਂ। ਕਈ ਨੇ ਸੰਸਾਰ ਤੇ ਜਿਨ੍ਹਾਂ ਦੀ ਆਰਾਧਨਾ ਹੁੰਦੀ ਹੈ, ਜਿਨ੍ਹਾਂ ਦੀ ਪੂਜਾ ਹੁੰਦੀ ਹੈ, ਉਹਨਾਂ ਤੋਂ ਉੱਪਰ ਵੀ ਕੋਈ ਹੈ। ਪਰ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਉਸ ਨਾਲ ਜੋੜਿਆ ਹੈ ਜਿੱਤੋਂ ਉੱਪਰ ਕੋਈ ਹੈ ਹੀ ਨਹੀਂ। ਉਹ ਹੈ ਰੱਬ, ਪਰਮਾਤਮਾ, ਅਕਾਲ ਪੁਰਖ। ਪੰਜਵੇਂ ਪਾਤਸ਼ਾਹ ਜੀ ਕਹਿੰਦੇ, ਮੈਂ ਉਹਦੀ ਆਰਾਧਨਾ ਕੀਤੀ, ਗੁਰੂ ਨੂੰ ਧਿਆਇਆ, ਤੇ ਐਸੇ ਗੁਰੂ ਪਰਮਾਤਮਾ ਨੂੰ ਧਿਆਇਆ ਜਿੱਤੋਂ ਉੱਪਰ ਕੋਈ ਹੈ ਨਹੀਂ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗੁਰੂ ਕਿਰਪਾ ਕਰੇ, ਬਚਨ ਹਿਰਦਿਆਂ ਵਿੱਚ ਵਸਣ ਜੀ। ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।